ਅੱਜ ਦਸੰਬਰ ਦੀ 17 ਤਰੀਕ ਹੈ। ਚਾਰ ਚੁਫੇਰੇ ਧੁੰਦ ਫੈਲੀ ਹੋਈ ਹੈ ਤੇ ਧੁੰਦ ਦੇ ਕਣਾਂ ਵਿੱਚੋਂ ਸਿਲ ਜਿਹੀ ਮਹਿਸੂਸ ਹੋ ਰਹੀ ਹੈ। ਸਰਦੀ ਇੰਨੀ ਜ਼ਿਆਦਾ ਹੈ ਕਿ ਗਰਮ ਕੱਪੜਿਆਂ ਵਿੱਚੋਂ ਹੱਥ ਬਾਹਰ ਕੱਢਣ ਨੂੰ ਜੀ ਨਹੀਂ ਕਰ ਰਿਹਾ। ਪਰ ਸ਼ੋਭਨਾ ਤੇ ਪ੍ਰੀਕਸ਼ਿਤ ਨੇ ਅੱਜ ਸਰਨੇ ਜਾਣ ਦਾ ਪੱਕਾ ਫੈਸਲਾ ਕੀਤਾ ਹੋਇਆ ਹੈ ਤੇ ਉਹ ਜਾਣਗੇ ਵੀ ਜ਼ਰੂਰ। ਉਹ ਬੜੀ ਕਾਹਲੀ ਕਾਹਲੀ ਤਿਆਰੀ ਕਰ ਰਹੇ ਹਨ ਕਿਉਂਕਿ ਉਹਨਾਂ ਦਾ ਸਫ਼ਰ ਬੜਾ ਦੁਰੇਡਾ ਹੈ। ਸਫ਼ਰ ਕਰਕੇ ਅੱਜ ਸ਼ੋਭਨਾ ਨੇ ਸੂਟ ਪਹਿਨਿਆ ਹੋਇਆ ਹੈ ਤਾਂ ਕਿ ਚੁਸਤ ਰਹਿ ਕੇ ਬੱਚੇ ਦੇ ਨਾਲ ਸਫ਼ਰ ਵਿੱਚ ਸਾੜੀ ਸੰਭਾਲਣੀ ਜਰਾ ਔਖੀ ਹੋ ਜਾਂਦੀ ਹੈ। ਗੱਲ ਉਸਨੇ ਲੰਮਾ ਗਰਮ ਕੋਟ ਪਾਇਆ ਹੋਇਆ ਹੈ ਤੇ ਸਿਰ ਉੱਪਰ ਵਧੀਆ ਰੰਗਦਾਰ ਫੁੱਲਾਂ ਵਾਲਾ ਸਕਾਰਫ ਬੰਨ੍ਹਿਆ ਹੋਇਆ ਹੈ। ਪ੍ਰੀਕਸ਼ਿਤ ਨੇ ਵੀ ਗੱਲ ਪੂਰੇ ਗਲਮੇ ਵਾਲੀ ਜਰਸੀ ਪਾਈ ਹੋਈ ਹੈ ਤੇ ਟੈਰੀਕੋਟ ਦੀ ਪੈਂਟ ਤੋਂ ਇਲਾਵਾ ਵਧੀਆ ਬੂਟ ਵੀ ਪੈਰੀ ਪਾਏ ਹੋਏ ਹਨ। ਮੈਡਮ ਕਿਰਨ ਕੋਲੋਂ ਦੋਵੇਂ ਇਜਾਜ਼ਤ ਲੈ ਕੇ ਬੱਸ ਸਟੈਂਡ ਵੱਲ ਤੁਰ ਪਏ, ਪਰ ਮੈਡਮ ਨੇ ਉਹਨਾਂ ਨੂੰ ਜਲਦੀ ਵਾਪਸ ਆ ਜਾਣ ਦੀ ਚੇਤਾਵਨੀ ਦਿੱਤੀ। ਜਨਤਾ ਨਗਰ ਦੇ ਚੌਂਕ 'ਚੋਂ ਉਹਨਾਂ ਨੇ ਆਟੋ ਰਿਕਸ਼ਾ ਲਿਆ ਤੇ ਬੱਸ ਸਟੈਂਡ 'ਤੇ ਪਹੁੰਚ ਗਏ। ਧੁੰਦ ਇੰਨੀ ਤੇ ਸਰਦੀ ਹੋਣ ਦੇ ਬਾਵਜੂਦ ਬੱਸ ਸਟੈਂਡ 'ਤੇ ਆਉਣ ਜਾਣ ਵਾਲੇ ਲੋਕਾਂ ਦੀ ਭੀੜ ਕਾਫੀ ਸੀ। ਉਹ ਦੋਵੇਂ ਰਿਕਸ਼ੇ ਤੋਂ ਉਤਰੇ ਤੇ ਫਿਰ ਉਹਨਾਂ ਨੇ ਪਠਾਨਕੋਟ ਨੂੰ ਜਾਣ ਵਾਲੀ ਬੱਸ ਦਾ ਪਤਾ ਕੀਤਾ। ਬੱਸ ਪਲੇਟਫਾਰਮ 'ਤੇ ਲੱਗੀ ਹੋਈ ਸੀ। ਉਸਨੇ ਤੁਰਨ ਵਿੱਚ ਅਜੇ 15 ਮਿੰਟ ਬਾਕੀ ਪਏ ਸਨ। 2 ਸਵਾਰੀਆਂ ਵਾਲੀ ਇੱਕ ਚੰਗੀ ਸੀਟ ਦੇਖ ਕੇ ਪ੍ਰੀਕਸ਼ਿਤ ਤੇ ਸ਼ੋਭਨਾ ਨੂੰ ਸ਼ੀਸ਼ੇ ਵਾਲੀ ਖਿੜਕੀ ਵਾਲੇ ਪਾਸੇ ਬਿਠਾ ਦਿੱਤਾ ਤੇ ਆਪ ਟਿਕਟਾਂ ਲੈਣ ਲਈ ਹੇਠਾਂ ਚਲਿਆ ਗਿਆ। ਜਦੋਂ ਟਿਕਟਾਂ ਲੈ ਕੇ ਵਾਪਸ ਆਇਆ ਤਾਂ ਬੱਸ ਵਿੱਚ ਕਾਫੀ ਭੀੜ ਹੋ ਚੁੱਕੀ ਸੀ। ਸੀਟਾਂ ਪੂਰੀਆਂ ਹੋ ਚੁੱਕੀਆਂ ਸਨ ਤੇ ਬੱਸ ਵਿਚਲੇ ਥਾਂ 'ਤੇ ਸਵਾਰੀਆਂ ਆ ਕੇ ਖੜੀਆਂ ਹੋ ਗਈਆਂ ਸਨ। ਪ੍ਰੀਕਸ਼ਿਤ ਨੇ ਆਪਣੀ ਸੀਟ 'ਤੇ ਸ਼ੋਭਨਾ ਦੇ ਨਾਲ ਆ ਕੇ ਬੈਠ ਗਿਆ। ਬੱਸ ਬੜੀ ਜਲਦੀ ਭਰ ਗਈ ਏ, ਪ੍ਰੀਕਸ਼ਿਤ ਨੇ ਲਗਭਗ ਸਾਰੀਆਂ ਸਵਾਰੀਆਂ ਉੱਪਰ ਹੀ ਅੱਗੇ ਪਿੱਛੇ ਨਜ਼ਰ ਮਾਰਦੇ ਹੋਏ ਨੇ ਕਿਹਾ। ਹਾਂ, ਬੜੇ ਲੋਕੀ ਸੀਟ ਬਾਰੇ ਆ ਕੇ ਪੁੱਛਦੇ ਸੀ। ਬੱਸ ਵਿੱਚ ਖਾਲੀ ਸੀਟ ਰੱਖ ਕੇ ਬੈਠਣਾ ਵੀ ਬੜਾ ਔਖਾ ਹੋ ਜਾਂਦਾ ਹੈ, ਸ਼ੋਭਨਾ ਨੇ ਪਰੇਸ਼ਾਨੀ ਜੀ ਜ਼ਾਹਿਰ ਕਰਦੀ ਹੋਈ ਨੇ ਕਿਹਾ। ਸ਼ੋਭਨਾ ਜੀ, ਲੋਕ ਬੜੇ ਖਰਾਬ ਨੇ। ਬੱਸ ਵਿੱਚ ਦੂਸਰੀਆਂ ਸਵਾਰੀਆਂ ਤੋਂ ਪਹਿਲਾਂ ਚੜ੍ਹ ਜਾਂਦੇ ਨੇ ਤੇ ਸੀਟਾਂ ਮੱਲ ਕੇ ਬੈਠ ਜਾਂਦੇ ਨੇ। ਉਹਨਾਂ ਦੀ ਕੋਸ਼ਿਸ਼ ਸਵਾਰੀਆਂ ਨੂੰ ਖਰਾਬ ਕਰਨ ਦੀ ਹੁੰਦੀ ਏ। ਉਹ ਆਪਣੇ ਲਾਗੇ ਕਿਸੇ ਆਦਮੀ ਨੂੰ ਬਿਠਾ ਕੇ ਤਾਂ ਖੁਸ਼ ਹੀ ਨਹੀਂ ਹੁੰਦੇ। ਉਹ ਬਿਠਾਉਂਦੇ ਨੇ ਖੂਬਸੂਰਤ ਲੜਕੀਆਂ ਨੂੰ ਤੇ ਜਾਂ ਫਿਰ ਖੂਬਸੂਰਤ ਔਰਤਾਂ ਨੂੰ। ਤੇ ਜੇ ਕੋਈ ਖੂਬਸੂਰਤ ਔਰਤ ਜਾਂ ਲੜਕੀ ਸੀਟ 'ਤੇ ਇਕੱਲੀ ਬੈਠੀ ਹੋਵੇ ਤਾਂ ਉਸਦੇ ਕੋਲ ਆ ਕੇ ਪੁੱਛਣਗੇ, ਤੁਹਾਡੇ ਨਾਲ ਕੋਈ ਹੋਰ ਤਾਂ ਨਹੀਂ ਬੈਠਾ? ਅਜੇ ਉਹ ਇੰਨਾ ਕਹਿ ਹੀ ਰਿਹਾ ਸੀ ਸ਼ੋਭਨਾ ਨੂੰ ਕਿ ਇੱਕ ਬੜੀ ਹੀ ਖੂਬਸੂਰਤ ਔਰਤ ਗੋਗਲਸ ਲਾਈ ਇੱਕ 2.5-3 ਸਾਲ ਦੇ ਬੱਚੇ ਦੇ ਨਾਲ ਬੱਸ 'ਚ ਚੜ੍ਹੀ। ਬੱਸ ਵਿੱਚ ਜ਼ਿਆਦਾ ਭੀੜ ਕਾਰਨ ਉਹ ਪਰੇਸ਼ਾਨ ਹੋ ਗਈ ਸੀ। ਅੱਗੇ ਲੰਘਣ ਲਈ ਜਗ੍ਹਾ ਨਹੀਂ ਸੀ। ਉਹ ਪਿਛਲੀ ਖਿੜਕੀ ਰਾਹੀਂ ਚੜ੍ਹੀ ਸੀ ਤੇ ਉਹਦਾ ਪਤੀ ਅਗਲੀ ਖਿੜਕੀ ਰਾਹੀਂ ਚੜ੍ਹਿਆ ਸੀ ਤੇ ਉਹਦੇ ਕੋਲ ਵੀ 4-5 ਸਾਲ ਦਾ ਇੱਕ ਲੜਕਾ ਸੀ। ਆਪਣੀ ਪਤਨੀ ਨੂੰ ਦੇਖ ਕੇ ਉਸਨੇ ਆਖਿਆ, ਅੱਗੇ ਆ ਜਾਓ। ਅੱਗੇ ਕਿਵੇਂ ਆਈਏ ਜੀ? ਰਸਤੇ ਵਿੱਚ ਬੜੀਆਂ ਟੋਕਰੀਆਂ ਵਾੜੀਆਂ ਨੇ। ਟਿਕਟਾਂ ਲੈ ਆਏ ਜੀ? ਉਸ ਖੂਬਸੂਰਤ ਔਰਤ ਨੇ ਆਪਣੇ ਪਤੀ ਨੂੰ ਪੁੱਛਿਆ। ਸੀਟ ਤਾਂ ਕੋਈ ਖਾਲੀ ਹੈ ਨਹੀਂ ਸੀ, ਔਰਤ ਨੇ ਫੇਰ ਆਪਣੇ ਪਤੀ ਨੂੰ ਅੰਗਰੇਜ਼ੀ ਵਿੱਚ ਕਿਹਾ। ਪ੍ਰੀਕਸ਼ਿਤ ਦਾ ਦਿਲ ਕੀਤਾ ਕਿ ਉਹ ਉਸ ਖੂਬਸੂਰਤ ਔਰਤ ਨੂੰ ਆਪਣੇ ਨਾਲ ਬਿਠਾ ਲਵੇ, ਪਰ ਸ਼ੋਭਨਾ ਦੇ ਡਰੋਂ ਉਹ ਉਸ ਔਰਤ ਨੂੰ ਬਿਠਾ ਨਾ ਸਕਿਆ। ਟੋਕਰੀਆਂ ਵਾਲਿਆਂ ਨੇ ਰਸਤੇ ਵਿੱਚੋਂ ਟੋਕਰੀਆਂ ਚੁੱਕ ਲਈਆਂ ਤੇ ਉਹ ਅੱਗੇ ਲੰਘ ਗਈ। ਉਸ ਔਰਤ ਦਾ ਰੋਹਬਦਾਰ ਹੀ ਕੁਝ ਅਜਿਹਾ ਸੀ ਕਿ ਲਗਭਗ ਸਾਰੀਆਂ ਸਵਾਰੀਆਂ ਦੀ ਨਜ਼ਰ ਹੀ ਉਸੇ ਔਰਤ ਦੇ ਚਿਹਰੇ ਉੱਤੇ ਟਿਕੀ ਹੋਈ ਸੀ। ਉੱਥੇ ਬੈਠੇ ਕਈ ਬਾਬੂਆਂ ਦੀਆਂ ਨਜ਼ਰਾਂ ਲਲਚਾ ਗਈਆਂ ਤੇ ਉਹਨਾਂ ਦੀਆਂ ਅੱਖਾਂ ਵਿੱਚੋਂ ਸਾਫ਼ ਦਿਖਾਈ ਦੇ ਰਿਹਾ ਸੀ ਕਿ ਉਹ ਉਸ ਖੂਬਸੂਰਤ ਤੀਵੀਂ ਨੂੰ ਆਪਣੇ ਨਾਲ ਬਿਠਾ ਲੈਣਾ ਚਾਹੁੰਦੇ ਹਨ। ਇੰਨਾ ਲੰਬਾ ਸਫ਼ਰ ਖੜੇ ਹੋ ਕੇ ਕਿਵੇਂ ਕੱਟੇਗਾ ਜੀ? ਉਸ ਔਰਤ ਨੇ ਪਰੇਸ਼ਾਨੀ ਦੀ ਹਾਲਤ ਵਿੱਚ ਆਪਣੇ ਪਤੀ ਨੂੰ ਪੁੱਛਿਆ। ਸ਼ਾਇਦ ਅੱਗੇ ਜਾ ਕੇ ਕੁਝ ਸੀਟਾਂ ਖਾਲੀ ਹੋ ਜਾਣ। ਅਜੇ ਉਸਦੇ ਪਤੀ ਨੇ ਇੰਨਾ ਕਿਹਾ ਹੀ ਸੀ ਕਿ ਇੱਕ ਅੱਧਖੜ ਬਾਊ ਜੀ ਨੇ ਉਸ ਬੀਬੀ ਨੂੰ ਆਪਣੇ ਨਾਲ ਬੈਠਣ ਲਈ ਜਗ੍ਹਾ ਦੇ ਦਿੱਤੀ। ਉਸ ਵਿਚਾਰੀ ਨੇ ਸੁੱਖ ਦਾ ਸਾਹ ਲਿਆ ਤੇ ਇੱਕ ਉਸਦੇ ਚਿਹਰੇ ਤੋਂ ਪਰੇਸ਼ਾਨੀ ਦਾ ਪ੍ਰਭਾਵ ਖਤਮ ਹੋ ਗਿਆ ਸੀ। ਕੰਡਕਟਰ ਨੇ ਵਿਸਲ ਕੀਤੀ ਤੇ ਡਰਾਈਵਰ ਆਪਣੀ ਸੀਟ 'ਤੇ ਆ ਕੇ ਬੈਠਾ ਸੀ। ਉਸ ਤੋਂ ਬਾਹਰ ਹੇਠਾਂ ਖੜੀਆਂ ਸਵਾਰੀਆਂ ਸਾਰੀਆਂ ਹੀ ਬੱਸ ਵਿੱਚ ਆਣ ਚੜ੍ਹੀਆਂ ਸਨ ਤੇ ਬੱਸ ਚੱਲ ਪਈ ਸੀ। ਸ਼ੋਭਨਾ ਤੇ ਪ੍ਰੀਕਸ਼ਿਤ ਦੇ ਚਿਹਰਿਆਂ ਉੱਪਰ ਮੁਸਕਰਾਹਟ ਫੈਲ ਗਈ ਸੀ ਕਿ ਉਹ ਹੁਣ ਆਪਣੀ ਮੰਜ਼ਿਲ ਵੱਲ ਵਧਣੇ ਸ਼ੁਰੂ ਹੋ ਗਏ ਹਨ। ਬੱਸ ਚੱਲਦੀ ਜਾ ਰਹੀ ਸੀ ਤੇ ਕਈ ਲੋਕ ਰਾਤ ਦੇ ਨੀਂਦਰੇ ਕਾਰਨ ਉਂਘਣ ਲੱਗ ਪਏ ਸਨ। ਸ਼ੋਭਨਾ ਨੂੰ ਵੀ ਉਂਘਲਾਹਟ ਆ ਗਈ ਸੀ।
ਤੇ ਉਹਦਾ ਸਿਰ ਕਈ ਵਾਰੀ ਪ੍ਰੀਕਸ਼ਿਤ ਦੀਆਂ ਬਾਹਾਂ 'ਤੇ ਆ ਪੈਂਦਾ ਸੀ। ਬੇਬੀ ਨੂੰ ਪ੍ਰੀਕਸ਼ਿਤ ਨੇ ਸ਼ੋਭਨਾ ਕੋਲੋਂ ਲੈ ਲਿਆ ਸੀ ਤਾਂ ਕਿ ਉਹ ਨੀਂਦਰ ਦਾ ਮਜ਼ਾ ਲੈ ਸਕੇ, ਨਹੀਂ ਤਾਂ ਜਦੋਂ ਬੁਲਾਹਟ ਨਾਲ ਡਿੱਗਦੀ ਸੀ ਤਾਂ ਬੱਚੇ ਦਾ ਉਹਦੇ ਹੱਥਾਂ ਵਿੱਚੋਂ ਡਿੱਗਣ ਦਾ ਡਰ ਸੀ। ਬੱਸ ਲੁਧਿਆਣੇ ਦਾ ਚਾਂਦ ਸਿਨੇਮਾ ਲੰਘ ਕੇ ਸਿੱਧੀ ਜਲੰਧਰ ਵੱਲ ਨੂੰ ਆਪਣੀ ਰਸਤੇ ਵਿੱਚ ਫਗਵਾੜਾ ਆਇਆ। ਸ਼ੋਭਨਾ ਜੀ ਦੇਖੋ, ਫਗਵਾੜਾ ਕਾਫੀ ਵੱਡਾ ਕਸਬਾ ਏ। 2 ਸਿਨੇਮੇ, ਕੱਪੜੇ ਦੀ ਮਿੱਲ, ਸ਼ੂਗਰ ਮਿੱਲ, ਕਿੰਨੀਆਂ ਵਧੀਆ ਕੋਠੀਆਂ ਬਣੀਆਂ ਹੋਈਆਂ ਹਨ ਇੱਥੇ। ਪ੍ਰੀਕਸ਼ਿਤ ਸ਼ੋਭਨਾ ਨੂੰ ਦੱਸਦਾ ਗਿਆ। ਬੱਸ ਚੰਡੀਗੜ੍ਹ ਵਾਲੀ ਸੀ, ਇਸ ਕਰਕੇ ਬਹੁਤ ਘੱਟ ਜਗ੍ਹਾ ਰੁਕਦੀ ਸੀ। ਫਗਵਾੜੇ ਤੋਂ ਅੱਧੇ ਘੰਟੇ 'ਚ ਬੱਸ ਜਲੰਧਰ ਲੈ ਆਈ। ਇੱਥੇ ਬੱਸ 10-15 ਮਿੰਟ ਰੁਕੀ। ਸ਼ੋਭਨਾ ਜੀ, ਚਾਹ ਪੀਓਗੇ? ਪ੍ਰੀਕਸ਼ਿਤ ਨੇ ਸ਼ੋਭਨਾ ਨੂੰ ਪੁੱਛਿਆ। ਹਾਂ, ਸਰਦੀ ਬਹੁਤ ਏ, ਹੱਥ ਪੈਰ ਸੁੰਨ ਹੁੰਦੇ ਜਾ ਰਹੇ ਨੇ। ਦੇਖੋ, ਮੌਸਮ ਅਜੇ ਤੀਕ ਨਹੀਂ ਹੋਇਆ, ਉਸੇ ਤਰ੍ਹਾਂ ਹੀ ਧੁੰਦ ਏ ਤੇ ਸਗੋਂ ਨਿੱਕੀਆਂ ਕਣੀਆਂ ਪੈ ਰਹੀਆਂ ਨੇ। ਹਾਂ, ਤੁਸੀਂ ਇੱਥੇ ਹੀ ਬੈਠੋ, ਮੈਂ ਚਾਹ ਲੈ ਕੇ ਆਉਂਦਾ ਹਾਂ, ਨਹੀਂ ਤਾਂ ਸੀਟ ਰੁਕ ਜਾਏਗੀ। ਆ ਕੇ ਪ੍ਰੀਕਸ਼ਿਤ ਹੇਠਾਂ ਉਤਰ ਗਿਆ ਤੇ ਬੱਸ ਵਿੱਚ ਵੱਖ ਚੀਜ਼ਾਂ ਵਾਲੇ ਆਪਣੇ ਭਾਸ਼ਣ ਝਾੜਨ ਲੱਗ ਪਏ। ਕੋਈ ਕਹਿੰਦਾ ਬਿੱਲਾ ਤੇ ਰੰਗਾਂ ਦੀ ਸਾਰੀ ਦਾਸਤਾਨ, ਬਿੱਲੇ ਦੇ ਰੰਗੇ ਦੇ ਮੰਜੇ ਸੰਜੇ ਤੇ ਗੀਤਾ ਨੂੰ ਕਿਵੇਂ ਅਗਵਾ ਕੀਤਾ, ਆਸ਼ਾ ਭੋਂਸਲੇ ਦੇ ਘਰ ਚੋਰੀ ਵੀ ਪੜ੍ਹੋ। ਚੀਜ਼ਾਂ ਵੇਚਣ ਵਾਲੇ ਇੰਨੇ ਜ਼ਿਆਦਾ ਸਨ ਕਿ ਉਹਨਾਂ ਦੇ ਬੱਸ ਵਿੱਚ ਬੈਠੀਆਂ ਸਵਾਰੀਆਂ ਦੇ ਕੰਨ ਬੋਲੇ ਕਰ ਛੱਡੇ ਸਨ। ਇੰਨੇ ਚਿਰ ਨੂੰ ਪ੍ਰੀਕਸ਼ਿਤ ਇੱਕ ਮੁੰਡੇ ਦੇ ਹੱਥ 'ਚੋਂ ਗਲਾਸੀਆਂ ਗਰਮ ਚਾਹ ਅਤੇ ਉਬਲੇ ਹੋਏ ਛਿੱਲੇ ਅੰਡੇ ਲੈ ਕੇ ਆ ਗਿਆ। ਦੋਵਾਂ ਨੇ 2-2 ਅੰਡੇ ਤੇ ਚਾਹ ਨਾਲ ਚਾਹ ਪੀਤੀ। ਚਾਹ ਤੇ ਅੰਡਿਆਂ ਦੇ ਪ੍ਰੀਕਸ਼ਿਤ ਪਹਿਲਾਂ ਹੀ ਪੈਸੇ ਦੇ ਆਇਆ ਸੀ ਤੇ ਕੁਝ ਮਿੰਟਾਂ ਬਾਅਦ ਉਹੀ ਮੁੰਡਾ ਖਾਲੀ ਗਲਾਸੀਆਂ ਆ ਕੇ ਲੈ ਗਿਆ। ਕੰਡਕਟਰ ਬੱਸ ਵਿੱਚ ਚੜ੍ਹਿਆ ਤੇ ਉਸਨੇ ਬੱਸ ਵਿਚਲੀਆਂ ਸਵਾਰੀਆਂ ਨੂੰ ਸੰਬੋਧਨ ਕਰਕੇ ਕਿਹਾ, ਆਪੋ ਆਪਣੀਆਂ ਸਵਾਰੀਆਂ ਸਾਥੀਆਂ ਨੂੰ ਆਵਾਜ਼ ਮਾਰ ਲਿਆਓ, ਬੱਸ ਚੱਲਣ ਲੱਗੀ ਏ। ਕੰਡਕਟਰ ਦੇ ਇੰਨਾ ਕਹਿਣ 'ਤੇ ਸਵਾਰੀਆਂ ਵਿੱਚ ਹਲਚਲ ਜਿਹੀ ਮਚ ਗਈ। ਲਗਭਗ ਸਾਰੀਆਂ ਹੀ ਸਵਾਰੀਆਂ ਸ਼ੀਸ਼ਿਆਂ ਵਾਲੀਆਂ ਖਿੜਕੀਆਂ ਵਿੱਚੋਂ ਬਾਹਰ ਸਿਰ ਕੱਢ ਕੇ ਆਪਣੇ ਬਾਹਰ ਗਏ ਸਾਥੀਆਂ ਨੂੰ ਦੇਖਣ ਲੱਗ ਪਏ। ਆਵਾਜ਼ਾਂ ਮਾਰਨ 'ਤੇ ਕਾਫੀ ਸਵਾਰੀਆਂ ਬੱਸ ਵਿੱਚ ਆ ਕੇ ਬੈਠ ਗਈਆਂ ਸਨ। 2 ਕੁ ਮਿੰਟਾਂ ਬਾਅਦ ਕੰਡਕਟਰ ਫੇਰ ਬੱਸ ਵਿੱਚ ਆਇਆ ਤੇ ਉਹਨੇ ਪੁੱਛਿਆ, ਭਈ ਕੋਈ ਸਵਾਰੀ ਥੱਲੇ ਤਾਂ ਨਹੀਂ ਰਹਿ ਗਈ? ਲੋ ਜੀ, ਮਿੰਟ ਕੁ ਸਾਡਾ ਬੰਦਾ ਬਾਹਰ ਗਿਆ ਏ, ਬੱਸ 'ਚ ਬੈਠੀ ਇੱਕ ਸਵਾਰੀ ਨੇ ਕਿਹਾ। ਆਵਾਜ਼ ਮਾਰੋ ਭਈ, ਟਾਈਮ ਹੋ ਗਿਆ ਏ, ਕੰਡਕਟਰ ਨੇ ਕੁਝ ਤਿੱਖੀ ਤੇ ਰੁੱਖੀ ਆਵਾਜ਼ ਵਿੱਚ ਕਿਹਾ। ਬਸ ਆਉਣ ਹੀ ਡਿਆ ਏ, 1 ਮਿੰਟ, ਦੌੜਿਆ ਬੱਸ ਚੱਲੀ ਊ। ਅੰਦਰ ਬੈਠੇ ਆਦਮੀ ਸਵਾਰੀ ਨੇ ਖਿੜਕੀ ਵਿੱਚੋਂ ਬਾਹਰ ਝਾਕ ਕੇ ਆਪਣੇ ਬਾਹਰਲੇ ਸਾਥੀ ਨੂੰ ਕਾਹਲੀ ਨਾਲ ਆਵਾਜ਼ ਮਾਰੀ। ਸਵਾਰੀ ਦੌੜ ਕੇ ਬੱਸ ਵਿੱਚ ਚੜ੍ਹੀ। ਕੰਡਕਟਰ ਨੇ ਵਿਸਲ ਦਿੱਤੀ ਤੇ ਬੱਸ ਚੱਲ ਪਈ। ਅੱਗੇ ਕਰਤਾਰਪੁਰ ਆਇਆ, ਸੁਭਾਨਪੁਰ, ਢਿਲਵਾਂ, ਬਿਆਸ ਤੇ ਫੇਰ ਬੱਸ ਬਾਬੇ ਬਕਾਲੇ ਵੱਲ ਤੁਰ ਪਈ। ਇੱਥੋਂ ਹੀ ਬੱਸ ਮਹਿਤੇ ਰਾਹੀਂ ਹੁੰਦੀ ਹੋਈ ਬਟਾਲੇ ਪਹੁੰਚੀ। ਬਟਾਲਾ ਸ਼ਹਿਰ ਲੋਹੇ ਦੀ ਇੰਡਸਟਰੀ ਲਈ ਭਾਰਤ ਵਿੱਚ ਪ੍ਰਸਿੱਧ ਹੈ ਤੇ ਇੱਥੋਂ ਦਾ ਹੀ ਪੰਜਾਬੀ ਦਾ ਪ੍ਰਸਿੱਧ ਕਵੀ ਸ਼ਿਵ ਕੁਮਾਰ ਬਟਾਲਵੀ ਹੋਇਆ ਹੈ। ਬਟਾਲੇ ਦਾ ਬੱਸ ਸਟੈਂਡ ਚੰਗਾ ਬਣਿਆ ਹੋਇਆ ਹੈ ਤੇ ਇੱਥੋਂ ਲਗਭਗ ਹਰ ਪਾਸੇ ਨੂੰ ਹੀ ਬੱਸਾਂ ਜਾਂਦੀਆਂ ਹਨ। ਪ੍ਰੀਕਸ਼ਿਤ ਅੱਡਾ ਦੇਖਣ ਲਈ ਬੱਸ 'ਚੋਂ ਹੇਠਾਂ ਉਤਰਿਆ। ਸ਼ੀਸ਼ੇ ਰਾਹੀਂ ਉਸਨੇ ਸ਼ੋਭਨਾ ਨੂੰ ਪੁੱਛਿਆ, ਸ਼ੋਭਨਾ ਜੀ, ਭੁੱਖ ਲੱਗੀ ਏ ਤੇ ਲਿਆਵਾਂ ਕੁਝ ਖਾਣ ਲਈ? ਆਪਣੇ ਕੋਲ ਆਲੂਆਂ ਵਾਲੇ ਪਰੌਂਠੇ ਹੈਗੇ ਨੇ, ਹੁਣ ਖਾਵਾਂਗੇ। ਪਾਈਆ ਕੁ ਮੂੰਗਫਲੀਆਂ ਲੈ ਆਓ, ਬਸ, ਹੋਰ ਕੁਝ ਨਹੀਂ ਚਾਹੀਦਾ। ਠੀਕ ਹੈ, ਆ ਕੇ ਪ੍ਰੀਕਸ਼ਿਤ ਬੱਸ ਅੱਡੇ ਦੇ ਅੰਦਰ ਚਲਿਆ ਗਿਆ। ਕੁਝ ਚਿਰ ਬਾਅਦ ਬੱਸ ਚੱਲੀ ਤੇ ਸ਼ੋਭਨਾ ਤੇ ਪ੍ਰੀਕਸ਼ਿਤ ਬੜੇ ਮਜ਼ੇ ਨਾਲ ਆਲੂਆਂ ਵਾਲੇ ਪਰੌਂਠੇ ਖਾ ਰਹੇ ਸਨ। ਅਚਾਰ ਵੀ ਲਓ। ਕਾਹਦਾ ਏ? ਅੰਬ ਦਾ। ਨਹੀਂ, ਤੁਸੀਂ ਹੀ ਖਾ ਲਓ, ਪ੍ਰੀਕਸ਼ਿਤ ਨੇ ਗਲਾ ਖਰਾਬ ਹੋਣ ਦੇ ਡਰੋਂ ਕਿਹਾ ਤੇ ਫਿਰ ਸ਼ੋਭਨਾ ਨੇ ਮਜ਼ੇ ਨਾਲ ਅੰਬ ਦੇ ਅਚਾਰ ਨਾਲ ਫਾੜੀਆਂ ਨੂੰ ਚੱਕੀਆਂ ਵੱਢ ਕੇ ਖਾਣ ਲੱਗ ਪਈ। ਇੱਥੇ ਵੂਲਨ ਮਿੱਲ ਹੈ ਤੇ ਇਸ ਮਿੱਲ ਦਾ ਗਰਮ ਕੱਪੜਾ ਬੜਾ ਮਸ਼ਹੂਰ ਹੈ। ਇਸ ਤੋਂ ਅੱਗੇ ਗੁਰਦਾਸਪੁਰ ਤੇ ਗੁਰਦਾਸਪੁਰ ਤੋਂ ਅੱਗੇ ਦੀਨਾਨਗਰ ਆਇਆ। ਇੱਥੇ ਕੋਈ ਪ੍ਰੀਕਸ਼ਿਤ ਨੂੰ ਗੰਨੇ ਦੇ ਭਰਪੂਰ ਖੇਤ ਦਿਖਾਈ ਦਿੱਤੇ। ਸ਼ਾਇਦ ਇੱਥੇ ਕੋਈ ਖੰਡ ਵੀ ਨਹੀਂ, ਨਵੀਂ ਮਿੱਲ ਬਣ ਰਹੀ ਸੀ।
ਇੱਥੋਂ ਕੁਝ ਕੁ ਮੀਲ ਦੂਰ ਹੀ ਸਰਨਾ ਹੈ। ਸਰਨੇ ਤੋਂ ਬੱਸ ਪਠਾਨਕੋਟ ਵੱਲ ਨੂੰ ਮੁੜ ਗਈ। ਪਠਾਨਕੋਟ ਪਹੁੰਚਦਿਆਂ ਲਗਭਗ ਤਿਰਕਾਲਾਂ ਹੀ ਪੈ ਗਈਆਂ। ਇੱਕ ਤੇ ਉਂਝ ਬੱਦਲਵਾਈ ਸੀ ਤੇ ਦੂਸਰੇ 46 ਦਿਨ ਹੁੰਦੇ ਬੜੇ ਨਿੱਕੇ ਨੇ। ਬੱਸ ਤੋਂ ਉਤਰਦਿਆਂ ਹੀ ਉਹਨਾਂ ਨੇ ਉੱਥੋਂ ਦੀਆਂ ਹੋਟਲਾਂ ਦੀ ਜਾਣਕਾਰੀ ਲਈ ਤੇ ਫਿਰ ਇੱਕ ਹੋਟਲ ਵਿੱਚ ਇੱਕ ਕਮਰਾ ਬੁੱਕ ਕਰਵਾ ਲਿਆ। ਉਹਨਾਂ ਨੇ ਹੋਟਲ ਦੇ ਰਜਿਸਟਰ ਵਿੱਚ ਆਪਣੇ ਆਪ ਨੂੰ ਪਤੀ ਪਤਨੀ ਲਿਖਵਾਇਆ। ਕਮਰਾ ਉਹਨਾਂ ਨੂੰ ਚੰਗਾ ਸਜਿਆ ਹੋਇਆ ਡਬਲ ਬੈੱਡ ਵਾਲਾ ਮਿਲਿਆ। ਅੰਦਰ ਹੀ ਲੈਟਰਿਨ ਸੀ ਤੇ ਬਾਥਰੂਮ ਸੀ ਤੇ ਜੋੜੇ ਲਈ ਕਿਰਾਇਆ ਤੇ ਇੱਕ ਰਾਤ ਦਾ ਸਿਰਫ 12 ਰੁਪਏ ਸੀ ਤੇ ਖਾਣੇ ਦੇ ਪੈਸੇ ਵੱਖਰੇ ਸਨ। ਰਾਤ ਉਹਨਾਂ ਨੇ ਬੜੇ ਆਰਾਮ ਨਾਲ ਕੱਟੀ, ਪਰ ਕੋਲ ਪਏ ਹੋਣ ਕਰਕੇ ਸ਼ੋਭਨਾ ਕੁਝ ਡਰ ਰਹੀ ਸੀ ਤੇ ਕਿਤੇ ਪ੍ਰੀਕਸ਼ਿਤ ਨੇ ਉਸ ਨਾਲ ਉਂਗਲ ਤੱਕ ਨਹੀਂ ਸੀ ਛੁਹਾਈ। ਉਹ ਆਪਣੇ ਈਮਾਨ 'ਤੇ ਪੂਰੀ ਤਰ੍ਹਾਂ ਕਾਇਮ ਰਿਹਾ ਸੀ। ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦਾ ਸੀ ਕਿ ਔਰਤ ਦਾ ਦਿਲ ਕਾਹਲੀ ਕਾਰਨ ਨਾਲ ਨਹੀਂ ਜਿੱਤਿਆ ਜਾ ਸਕਦਾ। ਔਰਤ ਦੇ ਸਿਰਫ ਦੋ ਅਟੱਲ ਰੂਪ ਹੁੰਦੇ ਹਨ, ਇੱਕ ਪਿਆਰ ਭਰਿਆ ਤੇ ਦੂਜਾ ਨਫ਼ਰਤ ਭਰਿਆ। ਉਹ ਜਾਂ ਤਾਂ ਪਿਆਰ ਕਰਦੀ ਹੈ ਤੇ ਜਾਂ ਨਫ਼ਰਤ। ਸਵੇਰੇ ਉੱਠਦੇ ਸਾਰ ਹੀ ਸ਼ੋਭਨਾ ਨੇ ਪ੍ਰੀਕਸ਼ਿਤ ਦੇ ਚਿਹਰੇ ਵੱਲ ਬੜੇ ਗੌਰ ਨਾਲ ਦੇਖਿਆ, ਪਰ ਉਸਦੇ ਚਿਹਰੇ ਤੋਂ ਇਨਸਾਨੀਅਤ ਸਾਫ਼ ਝਲਕ ਦਿਖਾਈ ਦੇ ਰਹੀ ਸੀ ਤੇ ਸ਼ੋਭਨਾ ਆਪਣੇ ਆਪ 'ਚ ਸੰਤੁਸ਼ਟ ਜਿਹੀ ਸੀ। ਪਰ ਦੂਜਾ ਤੌਖਲਾ ਉਸਨੂੰ ਇਹ ਸੀ ਕਿ ਏਡੀ ਦੂਰ ਆ ਗਏ ਹਾਂ ਤਾਂ ਪਤਾ ਨਹੀਂ ਹਰਮਿੰਦਰ ਤੇ ਉਸਦੇ ਮਾਪੇ ਉਹਨਾਂ ਨਾਲ ਕਿਹੋ ਜਿਹਾ ਸਲੂਕ ਕਰਨ। ਤੇ ਸ਼ੋਭਨਾ ਦਾ ਇਹ ਤੌਖਲਾ ਸਰਨੇ ਪਹੁੰਚਣ ਤੱਕ ਕਾਇਮ ਰਿਹਾ। ਜਦੋਂ ਸਰਨੇ ਪਹੁੰਚੇ ਤਾਂ ਬੱਸ ਤੋਂ ਉਤਰਦੇ ਸਾਰ ਹੀ ਪ੍ਰੀਕਸ਼ਿਤ ਨੇ 4 ਚੁਫੇਰੇ ਦੇਖਿਆ। ਸਾਹਮਣੇ ਨਹਿਰ ਦੇ ਪੁਲ ਦੇ ਨਜ਼ਦੀਕ ਪਬਲਿਸਿਟੀ ਬੋਰਡ ਲੱਗੇ ਹੋਏ ਹਨ। ਸ਼ੋਭਨਾ ਨੇ ਪ੍ਰੀਕਸ਼ਿਤ ਨੂੰ ਜਾਣਕਾਰੀ ਹੋਈ ਦਿੰਦੀ ਨੇ ਦੱਸਿਆ ਕਿ ਅਗਲੇ ਪਾਸੇ ਸੜਕ ਜੰਮੂ ਨੂੰ ਜਾਂਦੀ ਹੈ ਤੇ ਪਿਛਲੇ ਪਾਸੇ ਅੰਮ੍ਰਿਤਸਰ ਨੂੰ। ਪਰ ਸ਼ੋਭਨਾ ਨੇ ਪ੍ਰੀਕਸ਼ਿਤ ਨੂੰ ਇੱਕ ਹੋਰ ਜਾਣਕਾਰੀ ਦਿੱਤੀ। ਇੱਥੋਂ ਕੁਝ ਕਿਲੋਮੀਟਰ ਦੂਰ ਹੀ ਮਾਧੋਪੁਰ ਪੰਜਾਬ ਹੈ। ਪੰਜਾਬ ਇੱਥੇ ਆ ਕੇ ਖਤਮ ਹੋ ਜਾਂਦਾ ਹੈ ਤੇ 3 ਹੋਰ ਪ੍ਰਾਂਤ ਵੀ ਇੱਥੇ ਆ ਕੇ ਮਿਲਦੇ ਹਨ, ਹਿਮਾਚਲ, ਹਰਿਆਣਾ ਤੇ ਜੰਮੂ ਕਸ਼ਮੀਰ। ਮਾਧੋਪੁਰ ਥੀਨ ਡੈਮ ਰਾਵੀ ਦਰਿਆ ਨੂੰ ਬੰਨ੍ਹ ਮਾਰ ਕੇ ਬਣਾਇਆ ਗਿਆ ਹੈ। ਸ਼ੋਭਨਾ ਜੀ, ਤੁਸੀਂ ਦੇਖਿਆ ਮਾਧੋਪੁਰ? ਪ੍ਰੀਕਸ਼ਿਤ ਨੇ ਸ਼ੋਭਨਾ ਦੀ ਜਾਣਕਾਰੀ ਤੋਂ ਹੈਰਾਨ ਹੁੰਦੇ ਹੋਏ ਪੁੱਛਿਆ। ਦੇਖਿਆ ਤਾਂ ਹੀ ਤਾਂ ਦੱਸ ਰਹੀ ਹਾਂ, ਨਹੀਂ ਤੇ ਮੈਨੂੰ ਕਿਵੇਂ ਪਤਾ ਹੋਣਾ ਸੀ। ਮੈਂ ਤਾਂ 1-2 ਵਾਰੀ ਜੰਮੂ ਵੀ ਜਾ ਕੇ ਆਈ ਹਾਂ। ਜੰਮੂ ਵੀ ਬੜਾ ਵਧੀਆ ਸ਼ਹਿਰ ਹੈ, ਸਾਰਾ ਹੀ ਪਹਾੜ ਤੇ ਵਸਿਆ ਹੋਇਆ ਹੈ। ਪਰ ਜੰਮੂ ਦਾ ਰਿਕਸ਼ਾ ਨਹੀਂ ਚੱਲਦਾ, ਟੈਕਸੀ ਚੱਲਦੀ ਏ ਜਾਂ 3 ਵੀਲਰ। ਕਮਾਲ ਹੈ ਸ਼ੋਭਨਾ ਜੀ, ਤੁਸਾਂ ਤਾਂ ਬੜਾ ਕੁਝ ਦੇਖਿਆ ਏ। ਤੁਰੇ ਜਾਂਦੇ ਪ੍ਰੀਕਸ਼ਿਤ ਨੇ ਖੁਸ਼ ਹੁੰਦੇ ਕਿਹਾ। ਸਰਨਾ ਚੰਗਾ ਹੀ ਪਿੰਡ ਏ, ਕਾਫੀ ਦੁਕਾਨਾਂ ਨੇ ਇੱਥੇ। ਹਾਂ, ਕ੍ਰਾਸਿੰਗ ਰੋਡ ਤੇ ਹੈ ਤਾਂ ਇਸ ਕਰਕੇ ਸ਼ੋਭਨਾ ਸਧਾਰਨ ਤੌਰ ਤੇ ਕਿਹਾ। ਤੁਹਾਨੂੰ ਹਰਮਿੰਦਰ ਹੋਰਾਂ ਦੇ ਘਰ ਦਾ ਪਤਾ ਏ ਤੇ ਪੁੱਛਣਾ ਪਵੇਗਾ। ਪ੍ਰੀਕਸ਼ਿਤ ਨੇ ਸ਼ੋਭਨਾ ਨੂੰ ਪੁੱਛਿਆ। ਪਤਾ ਤੇ ਮੈਨੂੰ ਹੈਗਾ, ਪਰ ਮੇਰਾ ਖਿਆਲ ਹੈ ਕਿਸੇ ਦੁਕਾਨਦਾਰ ਕੋਲੋਂ ਪੁੱਛ ਲੈਣਾ ਚਾਹੀਦਾ ਹੈ। ਹਰਮਿੰਦਰ ਇੱਥੇ ਹੈਗਾ ਵੀ ਏ ਕਿ ਨਹੀਂ? ਸ਼ੋਭਨਾ ਨੇ ਆਪਣਾ ਵਿਚਾਰ ਦੱਸਿਆ। ਹਾਂ, ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ, ਆਖਦਾ ਹੋਇਆ ਪ੍ਰੀਕਸ਼ਿਤ ਇੱਕ ਮੁਨਿਆਰੀ ਦੀ ਦੁਕਾਨ ਦੇ ਵੱਲ ਗਿਆ। ਜਨਾਬ ਸੇਠ ਸਾਹਿਬ, ਹਰਮਿੰਦਰ ਸਿੰਘ ਗਰੇਵਾਲ ਦੇ ਘਰ ਦਾ ਪਤਾ ਦੱਸੋ। ਪ੍ਰੀਕਸ਼ਿਤ ਦੇ ਹੱਟੇ ਦੁਕਾਨਦਾਰ ਲਾਲੇ ਨੂੰ ਪੁੱਛਿਆ, ਪਰ ਦੁਕਾਨਦਾਰ ਨੇ ਜਵਾਬ ਦੇਣ ਤੋਂ ਪਹਿਲਾਂ ਬੜੀ ਗੌਰ ਨਾਲ ਦੇਖਿਆ ਸੀ ਕਿ ਪੂਰੀ ਤਰ੍ਹਾਂ ਕੋਖਣ ਦਾ ਯਤਨ ਕੀਤਾ ਕਿ ਸ਼ਾਇਦ ਉਹ ਸ਼ੋਭਨਾ ਨੂੰ ਪਹਿਚਾਣ ਵੀ ਗਿਆ ਹੋਵੇ ਤੇ ਉਸਦੇ ਜਾਣ ਬੁੱਝ ਕੇ ਬੜੇ ਜਨਾਬ ਹਰਮਿੰਦਰ ਸਿੰਘ ਤੇ ਅੱਜ ਕੱਲ੍ਹ ਜੇ ਹਸਪਤਾਲ 'ਚ ਦਾਖਲ ਤੇ ਉਸਦੀ ਕੱਟੀ ਹੋਈ ਇੱਕ ਲੱਤ ਤੇ ਇੱਕ ਅੱਖ ਤੇ ਨਾਲ ਹੀ ਪਿਸ਼ਾਬ ਨਾਲੀ ਵੀ ਜੇ ਬਚ ਜਾਵੇਗਾ ਤਾਂ ਉਹ ਹੁਣ ਕਾਹਦਾ ਰਿਹਾ ਹੈ। ਇਸ ਦੁਨੀਆ ਵਿੱਚ ਰੱਬ ਵੀ ਬੜਾ ਬੇਅੰਤ ਏ, ਸਜ਼ਾ ਦਿੰਦਾ ਏ ਪੂਰੀ ਐਨ ਸੋਚ ਸਮਝ ਕੇ। ਕਿਸੇ ਦੀ ਧੀ ਭੈਣ ਦੀ ਇੱਜ਼ਤ ਉਹ ਤੋਂ ਮਹਿਫੂਜ਼ ਨਹੀਂ ਸੀ। ਇਸ ਬੀਬੀ ਜੀ ਨੂੰ ਤਾਂ ਮੈਂ ਪਹਿਲੋਂ ਵੀ ਵੇਖਿਆ। ਇਹਨਾਂ ਨਾਲ ਹਰਮਿੰਦਰ ਨੇ ਕਿਹੜੀ ਚੰਗੀ ਕੀਤੀ ਏ। ਬੁਰੇ ਆਦਮੀ ਦਾ ਬੁਰਾ ਹਸ਼ਰ ਹੁੰਦਾ ਏ ਜਨਾਬ। ਆਓ ਬੈਠੋ, ਚਾਹ ਬਣਾਉਂਦੇ ਹਾਂ। ਨਹੀਂ, ਚਾਹ ਦੀ ਤਾਂ ਕੋਈ ਜ਼ਰੂਰਤ ਨਹੀਂ। ਇਹ ਜੋ ਕੁਝ ਤੁਸੀਂ ਦੱਸ ਰਹੇ ਹੋ ਬਿਲਕੁਲ ਠੀਕ ਹੈ।
ਪ੍ਰੀਖਸ਼ਤ ਨੇ ਹੈਰਾਨ ਹੁੰਦੇ ਹੋਏ ਇੱਕ ਵਾਰੀ ਹੋਰ ਪਕਿਆਈ ਲਈ ਪੁੱਛਿਆ। ਬਿਲਕੁਲ ਠੀਕ ਜਨਾਬ, ਅਸਾਂ ਝੂਠ ਬੋਲ ਕੇ ਕੀ ਲੈਣਾ। ਜੇ ਸਾਡੇ ਤੇ ਯਕੀਨ ਨਹੀਂ ਤਾਂ ਉਹਨਾਂ ਦੇ ਘਰੋਂ ਜਾ ਕੇ ਪਤਾ ਕਰ ਲਓ। ਆਏ ਤੇ ਤੁਸੀਂ ਹੈਗੇ ਹੀ ਹੋ। ਚਲੋ ਠੀਕ ਹੈ, ਘਰ ਜਾ ਕੇ ਕੀ ਕਰਨਾ ਹੈ ਹੁਣ? ਕਿਉਂ ਸ਼ੋਭਨਾ ਜੀ? ਹਾਂ, ਕੀ ਕਰਨਾ ਹੈ ਜਾ ਕੇ? ਇਹ ਐਕਸੀਡੈਂਟ ਹੋਇਆ ਕਿਵੇਂ ਵੀਰ ਜੀ? ਸ਼ੋਭਨਾ ਨੇ ਮਾਯੂਸੀ ਜੀ ਹਾਲਤ ਵਿੱਚ ਦੁਕਾਨਦਾਰ ਨੂੰ ਪੁੱਛਿਆ। ਭੈਣ ਜੀ, ਸ਼ਰਾਬ ਤਾਂ ਉਹ ਇੰਨਾ ਆਦੀ ਹੋ ਚੁੱਕਾ ਸੀ ਕਿ ਹਰ ਵਕਤ ਹੀ ਪੀਤੀ ਰੱਖਦਾ ਸੀ। ਸ਼ਰਾਬ ਨਾਲ ਰੱਜਿਆ ਮੋਟਰਸਾਈਕਲ 'ਤੇ ਜਾ ਰਿਹਾ ਸੀ। ਟਰੱਕ ਉਹਦੇ ਮੋਟਰਸਾਈਕਲ ਦੇ ਨਾਲ ਖਹਿ ਕੇ ਲੰਘਿਆ। ਬਸ ਫੇਰ ਕੀ ਸੀ, ਮੋਟਰਸਾਈਕਲ ਸਮੇਤ ਹੀ ਕਾਫੀ ਦੂਰ ਤੱਕ ਢਿੱਡ ਭਾਰ ਘਸੀੜਦਾ ਗਿਆ ਅਤੇ ਕਹਾਣੀ ਖਤਮ ਹੋ ਗਈ। ਉਹਦੇ ਵਾਲੀ ਤਾਂ ਦੁਕਾਨਦਾਰ ਨੇ ਸਾਰੀ ਟ੍ਰੈਜਡੀ ਦੱਸ ਦਿੱਤੀ ਸੀ। ਸ਼ੋਭਨਾ ਦਾ ਮੂਡ ਅਪਸੈਟ ਹੋ ਗਿਆ। ਚਲੀਏ ਸ਼ੋਭਨਾ ਜੀ? ਪ੍ਰੀਖਸ਼ਤ ਨੇ ਗੰਭੀਰ ਬੈਠੀ ਹੋਈ ਸ਼ੋਭਨਾ ਨੂੰ ਪੁੱਛਿਆ। ਹਾਂ ਚਲੋ, ਸ਼ੋਭਨਾ ਨੇ ਢਿੱਲੀ ਜਿਹੀ ਆਵਾਜ਼ ਵਿੱਚ ਉੱਤਰ ਦਿੱਤਾ। ਬੈਠੋ ਜੀ, ਚਾਹ ਬਣਾਉਂਦੇ ਆ, ਦੁਕਾਨਦਾਰ ਨੇ ਸ਼ੈਤਾਨ ਮੁਸਕਾਉਂਦੇ ਹੋਏ ਕਿਹਾ। ਨਹੀਂ, ਬਹੁਤ ਮਿਹਰਬਾਨੀ, ਚੱਲੀਏ, ਸਫ਼ਰ ਬੜਾ ਲੰਬਾ ਏ, ਪ੍ਰੀਖਸ਼ਤ ਨੇ ਕਿਹਾ ਤੇ ਫੇਰ ਉਹ ਪਰੇਸ਼ਾਨ ਜਿਹੇ ਬੱਸ ਵੱਲ ਤੁਰ ਪਏ। ਪਰ ਸ਼ੋਭਨਾ ਦੀਆਂ ਲੱਤਾਂ ਬੋਝਲ ਜਿਹੀਆਂ ਹੋ ਗਈਆਂ ਸਨ ਤੇ ਕਦਮ ਖੜਾ ਰਹੇ ਸਨ। ਜ਼ਾਹਿਰ ਹੈ ਉਹਦੇ ਮਨ ਤੇ ਹਰਮਿੰਦਰ ਦੇ ਐਕਸੀਡੈਂਟ ਦਾ ਗਹਿਰਾ ਅਸਰ ਹੋਇਆ ਹੈ। ਉਹਦੇ ਸ਼ੋਭਨਾ ਨੇ